स्टार्ट। अज दा समा बड़ा नाजुक दौर विचों लंघ रिहा है डंडी। नैतिकता जिवें किते खंभ ला के उड़ गई होवे डंडी। विद्यार्थियों विच अनुशासनहीनता अते बेचैनी आम वेखण नूं मिल रही है डंडी। धीरज सहनशीलता अते हलीमी खत्म हो रही है डंडी। किताबां दी थां मोबाइलां ने ले लई है डंडी। गूगल ते सर्च मार के बच्चे हर चीज़ दी जानकारी बिना ऊर्जा खर्च कीते हासिल कर लैंदे हन, जिस नाल उन्हां दी सोच विच खड़ौत आ जांदी है डंडी। विद्यार्थियों विच रचनात्मक रुचियां लगभग खत्म हो रहीआं हन डंडी। मोबाइल उपर माड़ी प्रवृत्ति ਅਤੇ ਹਿੰਸਾ ਨੂੰ ਦਰਸਾਉਂਦੀਆਂ ਵੀਡੀਓ ਖੇਡਣ ਵਿੱਚ ਵਿਦਿਆਰਥੀ ਵਿਅਸਤ ਰਹਿੰਦੇ ਹਨ ਡੰਡੀ। ਇਹੀ ਲੱਛਣ ਉਹਨਾਂ ਦੇ ਆਪਣੇ ਸੁਭਾਅ ਵਿੱਚ ਆ ਜਾਂਦੇ ਹਨ ਡੰਡੀ। ਇਸ ਦੇ ਸਿੱਟੇ ਵਜੋਂ ਉਹਨਾਂ ਦਾ ਸੁਭਾਅ ਜਿੱਦੀ, ਚਿੜਚਿੜਾ ਅਤੇ ਝਗੜਾਲੂ ਬਣ ਜਾਂਦਾ ਹੈ ਡੰਡੀ। ਇਹਨਾਂ ਹਾਲਤਾਂ ਵਿੱਚ ਵਿਦਿਆਰਥੀਆਂ ਨੂੰ ਯੋਗ ਸੇਧ ਮਿਲਣੀ ਜ਼ਰੂਰੀ ਹੈ ਡੰਡੀ। ਹਰ ਸਕੂਲ ਵਿੱਚ ਕੋਈ ਨਾ ਕੋਈ ਅਧਿਆਪਕ ਜ਼ਰੂਰ ਹੁੰਦਾ ਹੈ ਜਿਸ ਨੂੰ ਸਾਹਿਤ ਨਾਲ ਪਿਆਰ ਹੁੰਦਾ ਹੈ ਡੰਡੀ। ਉਸ ਅਧਿਆਪਕ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜੇ ਡੰਡੀ। ਇਹ ਕਾਰਜ ਇੰਨਾ ਸੌਖਾ ਨਹੀਂ ਡੰਡੀ। ਵਿਦਿਆਰਥੀਆਂ ਦਾ ਧਿਆਨ ਹੋਰ ਗੈਰ ਜ਼ਰੂਰੀ ਗਤੀਵਿਧੀਆਂ ਤੋਂ ਹਟਾ ਕੇ ਕਿਤਾਬਾਂ ਵੱਲ ਜੋੜਨਾ ਆਪਣੇ ਆਪ 'ਚ ਇੱਕ ਚੈਲੰਜ ਹੁੰਦਾ ਹੈ ਡੰਡੀ। ਸਵੇਰ ਦੀ ਸਭਾ ਵਿੱਚ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਨਾ ਕਿਸੇ ਲੇਖਕ ਦੀ ਸਾਹਿਤਕ ਕਿਰਤ ਦਾ ਕੁਝ ਹਿੱਸਾ ਸੰਖੇਪ ਵਿੱਚ ਬੱਚਿਆਂ ਨੂੰ ਜ਼ਰੂਰ ਦੱਸਣ ਡੰਡੀ। ਪੈਰਾ ਹੋ ਸਕਦਾ ਹੈ ਆਪਣੀ ਲਿਖੀ ਹੋਈ ਕਵਿਤਾ ਜਾਂ ਲੇਖ ਬੱਚਿਆਂ ਨਾਲ ਜ਼ਰੂਰ ਸਾਂਝਾ ਕਰਨ ਡੰਡੀ। ਅਜਿਹਾ ਕਰਨ ਨਾਲ ਬੱਚਿਆਂ ਅੰਦਰ ਵੀ ਲਿਖਣ ਦੀ ਚੇਟਕ ਲੱਗੇਗੀ ਡੰਡੀ। ਚੰਗੇ ਵਿਚਾਰਾਂ ਨਾਲ ਉਹਨਾਂ ਦੀ ਸੋਚ ਉਸਾਰੂ ਬਣ ਜਾਵੇਗੀ ਡੰਡੀ। ਸਿੱਖਿਆ ਵਿਭਾਗ ਵੱਲੋਂ ਵੀ ਇਸ ਦਿਸ਼ਾ ਵੱਲ ਉਪਰਾਲਾ ਕੀਤਾ ਗਿਆ ਹੈ ਡੰਡੀ। ਹਰ ਸਕੂਲ ਨੂੰ ਆਪਣੇ ਪੱਧਰ 'ਤੇ ਇੱਕ ਮੈਗਜ਼ੀਨ ਛਪਾਉਣ ਲਈ ਕਿਹਾ ਗਿਆ ਹੈ ਜਿਸ ਵਿੱਚ ਵਿਦਿਆਰਥੀਆਂ ਨੂੰ ਆਪਣੀਆਂ ਮੌਲਿਕ ਰਚਨਾਵਾਂ ਲਿਖਣ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ ਡੰਡੀ। ਅਧਿਆਪਕ ਉਹਨਾਂ ਦੇ ਮਾਰਗਦਰਸ਼ਕ ਬਣ ਸਕਦੇ ਹਨ ਡੰਡੀ। ਉਹਨਾਂ ਦੀਆਂ ਲਿਖਤਾਂ ਨੂੰ ਸੁਧਾਰਨ ਵਿੱਚ ਉਹਨਾਂ ਦੀ ਮਦਦ ਕਰ ਸਕਦੇ ਹਨ ਡੰਡੀ। ਉਹਨਾਂ ਦੀਆਂ ਜਦੋਂ ਲਿਖਤਾਂ ਮੈਗਜ਼ੀਨ ਵਿੱਚ ਛਪਣਗੀਆਂ ਤਾਂ ਉਹਨਾਂ ਦਾ ਮਨੋਬਲ ਵਧੇਗਾ ਡੰਡੀ। ਇੰਜ ਕਰਨ ਨਾਲ ਵਿਦਿਆਰਥੀਆਂ ਵਿੱਚ ਕੁਝ ਲਿਖਣ ਦੀ ਰੁਚੀ ਪੈਦਾ ਹੋਵੇਗੀ ਡੰਡੀ। ਉਹ ਹੋਰ ਵਧੇਰੇ ਚੰਗਾ ਲਿਖਣ ਦੇ ਸਮਰੱਥ ਹੋ ਜਾਣਗੇ ਡੰਡੀ। ਵੇਖੋ ਵੇਖੀ ਇੱਕ ਤੋਂ ਬਾਅਦ ਹੋਰ ਕਈ ਵਿਦਿਆਰਥੀ ਆਪਣੇ ਵਿਚਾਰਾਂ ਨੂੰ ਸ਼ਬਦਾਂ ਵਿੱਚ ਪਰੋ ਕੇ ਸਾਹਿਤ ਪ੍ਰਤੀ ਪਿਆਰ ਨੂੰ ਦਰਸਾਉਣਗੇ ਡੰਡੀ। ਜਦੋਂ ਵਿਦਿਆਰਥੀ ਸਾਹਿਤ ਦੇ ਨੇੜੇ ਆ ਗਏ ਤਾਂ ਨੈਤਿਕਤਾ ਵਾਲੇ ਗੁਣ ਆਪਣੇ ਆਪ ਹੀ ਉਹਨਾਂ ਅੰਦਰ ਜਜ਼ਬ ਹੋ ਜਾਣਗੇ ਡੰਡੀ। ਇਸ ਤੋਂ ਇਲਾਵਾ ਉਹਨਾਂ ਦੇ ਮਨ ਅੰਦਰ ਸਭ ਸ਼ੰਕੇ ਦੂਰ ਹੋ ਜਾਣਗੇ ਡੰਡੀ। ਹਰ ਵਿਸ਼ੇ ਦੇ ਪੱਖ
ਪੱਖ ਨੂੰ ਉਹ ਵਿਗਿਆਨਿਕ ਦ੍ਰਿਸ਼ਟੀ ਨਾਲ ਵੇਖਣ ਵਿੱਚ ਸਫਲ ਹੋ ਜਾਣਗੇ ਡੰਡੀ। ਉਹਨਾਂ ਦੀ ਜ਼ਿੰਦਗੀ ਤਰਕ ਸੰਗਤ ਬਣ ਜਾਏਗੀ ਅਤੇ ਸਾਰੇ ਭਰਮ ਭੁਲੇਖੇ ਦੂਰ ਹੋ ਜਾਣਗੇ ਡੰਡੀ। ਇੱਕ ਆਦਰਸ਼ ਨਾਗਰਿਕ ਬਣਨ ਦੇ ਸਾਰੇ ਗੁਣ ਉਹਨਾਂ ਅੰਦਰ ਪੈਦਾ ਹੋ ਜਾਣਗੇ ਡੰਡੀ। ਅੰਤ ਮੈਂ ਆਪਣੇ ਤਜਰਬਿਆਂ ਦੇ ਆਧਾਰ 'ਤੇ ਕਹਾਂਗਾ ਕਿ ਸਾਹਿਤ ਨੂੰ ਪਿਆਰ ਕਰਨ ਵਾਲਾ ਭਾਵਕ, ਸੰਵੇਦਨਸ਼ੀਲ ਅਤੇ ਮਾਨਵਤਾ ਨੂੰ ਪਿਆਰ ਕਰਨ ਵਾਲਾ ਹੁੰਦਾ ਹੈ ਡੰਡੀ। ਜੰਗਲ ਵਿੱਚ ਨਦੀ ਕਿਨਾਰੇ ਕਿੱਕਰ ਦੇ ਰੁੱਖ 'ਤੇ ਆਪਣੇ ਆਲ੍ਹਣੇ ਦੇ ਬਾਹਰ ਟਾਹਣੀ ਉੱਤੇ ਬੈਠਾ ਹੁੰਦਾ ਸੀ ਡੰਡੀ, ਜਿਸ ਦੇ ਨੇੜਲੇ ਦਰੱਖਤ 'ਤੇ ਕਾਂ ਦਾ ਆਲ੍ਹਣਾ ਸੀ ਡੰਡੀ। ਉਹ ਰੋਜ਼ਾਨਾ ਨਦੀ ਕੰਢੇ ਸ਼ੈ ਲਾ ਕੇ ਬੈਠੇ ਬਗਲੇ ਨੂੰ ਮੱਛੀਆਂ ਦਾ ਸ਼ਿਕਾਰ ਕਰਦਾ ਵੇਖਦਾ ਸੀ ਡੰਡੀ। ਕੁਝ ਚਿਰ ਬਾਅਦ ਹੌਲੀ ਹੌਲੀ ਕਾਂ ਅਤੇ ਬਗਲਾ ਇੱਕ ਦੂਜੇ ਦੇ ਦੋਸਤ ਬਣ ਗਏ ਡੰਡੀ। ਦੁਪਹਿਰ ਤੱਕ ਬਗਲਾ ਕਿੰਨੀਆਂ ਸਾਰੀਆਂ ਮੱਛੀਆਂ ਦਾ ਸ਼ਿਕਾਰ ਕਰ ਲੈਂਦਾ ਸੀ ਡੰਡੀ। ਫਿਰ ਦੋਵੇਂ ਮਿੱਤਰ ਇਕੱਠੇ ਉਹਨਾਂ ਦਾ ਭੋਜਨ ਕਰਦੇ ਡੰਡੀ। ਰੋਜ਼ ਮੱਛੀਆਂ ਦਾ ਵੰਡਾ ਕੇ ਸਵਾਦੀ ਖਾਣਾ ਖਾਂਦਾ ਕਾਂ ਚੁਸਤ ਚਲਾਕ ਹੋ ਗਿਆ ਡੰਡੀ। ਬਗਲਾ ਜਿਵੇਂ ਸ਼ਿਕਾਰ ਕਰਦਾ ਹੈ, ਪ੍ਰਸ਼ਨ ਚੰਨ ਕਾਂ ਰੁੱਖ 'ਤੇ ਬੈਠਾ ਵੇਖਦਾ ਰਹਿੰਦਾ ਡੰਡੀ। ਕਿੱਕਰ ਦੀ ਟੀਸੇ ਉੱਤੋਂ ਉੱਡਦਾ ਬਗਲਾ ਤੇਜ਼ੀ ਨਾਲ ਹੇਠਾਂ ਆਉਂਦਾ, ਆਪਣੀ ਲੰਬੀ ਚੁੰਝ ਖੋਲ੍ਹ ਮੱਛੀ 'ਤੇ ਝਟਪਦਾ ਅਤੇ ਚੁੰਝ 'ਚ ਫੜੀ ਮੱਛੀ ਲਿਜਾ ਕੇ ਨਦੀ ਕਿਨਾਰੇ ਰੇਤ ਵਿੱਚ ਛੁਪਾ ਆਉਂਦਾ ਡੰਡੀ। ਕਾਂ ਨੇ ਸੋਚਿਆ, ਇਹ ਕਿਹੜੀ ਵੱਡੀ ਗੱਲ ਹੈ ਡੰਡੀ। ਉੱਪਰ ਉੱਡਣਾ, ਮੱਛੀ 'ਤੇ ਨਜ਼ਰ ਟਿਕਾਈ ਰੱਖਣਾ, ਫਿਰ ਤੇਜ਼ੀ ਨਾਲ ਹੇਠਾਂ ਆਉਣਾ, ਚੁੰਝ ਖੋਲ੍ਹ ਕੇ ਪਾਣੀ 'ਚੋਂ ਮੱਛੀ ਫੜਨਾ ਅਤੇ ਮੱਛੀ ਲੈ ਕੰਢੇ ਜਾ ਬੈਠਣਾ ਡੰਡੀ। ਇਸ ਤਰ੍ਹਾਂ ਮੱਛੀ ਉਸ ਦੀ ਚੁੰਝ 'ਚ ਆ ਹੀ ਜਾਵੇਗੀ ਡੰਡੀ, ਹੋਰ ਕਿੱਥੇ ਜਾਵੇਗੀ? ਪ੍ਰਸ਼ਨ ਚਿੰਨ੍ਹ। ਸਭ ਕੁਝ ਸੋਚ ਵਿਚਾਰ ਕੇ ਕਾਂ ਉੱਡਿਆ ਡੰਡੀ। ਸੁਸਤ ਉਡਾਨ ਭਰਦਾ ਨਦੀ ਉੱਪਰ ਆਇਆ ਡੰਡੀ। ਉਸ ਨੇ ਵੀ ਬਗਲੇ ਵਾਂਗ ਉੱਪਰੋਂ ਉਡਾਰੀ ਮਾਰ ਹੇਠਾਂ ਆ ਪੈਰ ਪਾਣੀ 'ਤੇ ਰੱਖਿਆ ਅਤੇ ਚੁੰਝ ਪਾਣੀ 'ਚ ਮਾਰ ਮੱਛੀ ਨੂੰ ਫੜਨ ਪਿਆ। ਪਰ ਮੱਛੀ ਫੁਰਤੀ ਨਾਲ ਪਾਣੀ 'ਚ ਹੇਠਾਂ ਡੁਬਕੀ ਮਾਰ ਗਈ ਡੰਡੀ। ਪੈਰਾ ਕਾਂ ਬੁਰੀ ਤਰ੍ਹਾਂ ਭਿੱਜ ਗਿਆ ਡੰਡੀ। ਉਹ ਪਾਣੀ ਵਿੱਚੋਂ ਨਿਕਲਣ ਦੀ ਅਸਫਲ ਕੋਸ਼ਿਸ਼ ਕਰਦਾ ਥੱਕ ਗਿਆ ਡੰਡੀ। ਉਸਨੂੰ ਡੁੱਬਦਾ ਵੇਖ ਬਗਲਾ ਤੇਜ਼ੀ ਨਾਲ ਉੱਡਦਾ ਹੇਠਾਂ ਆਇਆ ਅਤੇ ਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗਾ ਡੰਡੀ। ਬਗਲੇ ਨੇ ਬੜੀ ਮੁਸ਼ਕਲ ਨਾਲ ਕਾਂ ਨੂੰ ਕੰਢੇ 'ਤੇ ਲਿਆਂਦਾ ਡੰਡੀ। ਕੁਝ ਦੇਰ ਆਰਾਮ ਕਰ ਖੰਭ ਸੁਕਾ ਕਾਂ ਉੱਡਣ ਯੋਗ ਹੋ ਗਿਆ ਡੰਡੀ। ਬਗਲੇ ਨੇ ਕਾਂ ਨੂੰ ਨਸੀਹਤ ਕੀਤੀ ਕਿ ਕਦੀ ਕਿਸੇ ਦੀ ਨਕਲ ਨਹੀਂ ਕਰਨੀ ਚਾਹੀਦੀ। ਕਾਂ ਨੇ ਬਗਲੇ ਦੀ ਨਸੀਹਤ ਨੂੰ ਮੰਨਦਿਆਂ ਐਦ ਲਿਆ ਕਿ ਉਹ ਅੱਗੇ ਤੋਂ ਕਿਸੇ ਦੀ ਨਕਲ ਨਹੀਂ ਕਰੇਗਾ ਡੰਡੀ। ਪਿਆਰੇ ਬੱਚਿਓ, ਸੜਕਾਂ ਉੱਪਰ ਅਲੱਗ-ਅਲੱਗ ਤਰ੍ਹਾਂ ਦੇ ਆਵਾਜਾਈ ਦੇ ਸਾਧਨ ਚੱਲਦੇ ਅਸੀਂ ਅਕਸਰ ਦੇਖਦੇ ਹਾਂ ਡੰਡੀ, ਜਿਨ੍ਹਾਂ ਵਿੱਚ ਬੱਸਾਂ, ਕਾਰਾਂ, ਟਰੱਕ, ਸਕੂਟਰ, ਸਾਈਕਲ ਆਦਿ ਹੁੰਦੇ ਹਨ ਡੰਡੀ। ਸਵਾਰੀਆਂ ਵਾਲੀਆਂ ਬੱਸਾਂ ਦੇ ਵੀ ਅਲੱਗ-ਅਲੱਗ ਰੰਗ ਦੇਖਣ ਨੂੰ ਮਿਲਦੇ ਹਨ ਡੰਡੀ, ਪਰ ਸਕੂਲ ਦੇ ਵਿਦਿਆਰਥੀਆਂ ਲਈ ਹਮੇਸ਼ਾ ਪੀਲੇ
ਪੀਲੇ ਰੰਗ ਦੀਆਂ ਬੱਸਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਆਓ ਅੱਜ ਇਸ ਦੇ ਕਾਰਨ ਜਾਣੀਏ। ਡੰਡੀ। ਬੱਚਿਓ, ਪੀਲਾ ਰੰਗ ਬਾਕੀ ਦੇ ਰੰਗਾਂ ਨਾਲੋਂ ਤਕਰੀਬਨ 1.24 ਗੁਣਾ ਜ਼ਿਆਦਾ ਅੱਖਾਂ ਨੂੰ ਖਿੱਚ ਕਰਦਾ ਹੈ। ਡੰਡੀ। ਦੂਸਰੇ ਸ਼ਬਦਾਂ ਵਿੱਚ ਪੀਲਾ ਰੰਗ ਸਾਡੀਆਂ ਅੱਖਾਂ ਨੂੰ ਛੇਤੀ ਅਤੇ ਵਧੀਆ ਦਿਖਾਈ ਦਿੰਦਾ ਹੈ। ਡੰਡੀ। ਪੀਲਾ ਰੰਗ ਬਹੁਤ ਦੂਰੀ ਤੋਂ ਮੀਂਹ ਵਿੱਚ, ਧੁੰਦ ਵਿੱਚ, ਬਰਫ਼ਬਾਰੀ ਵਿੱਚ ਸਾਫ਼ ਦਿਖਾਈ ਦਿੰਦਾ ਹੈ। ਡੰਡੀ। ਬੱਚਿਆਂ ਦੀ ਸੁਰੱਖਿਆ ਸਾਡੇ ਸਾਰਿਆਂ ਲਈ ਬਹੁਤ ਹੀ ਜ਼ਰੂਰੀ ਹੈ। ਡੰਡੀ। ਇਸ ਕਾਰਨ ਹੀ ਭਾਰਤ ਸਰਕਾਰ ਦੇ ਆਵਾਜਾਈ ਮੰਤਰਾਲੇ ਅਤੇ ਸਕੂਲ ਬੱਸ ਸੇਫਟੀ ਨਿਯਮਾਂ ਮੁਤਾਬਕ ਸਕੂਲ ਦੀਆਂ ਬੱਸਾਂ ਦਾ ਰੰਗ ਪੀਲਾ ਨਿਰਧਾਰਤ ਕੀਤਾ ਗਿਆ ਹੈ। ਡੰਡੀ। ਜੇਕਰ ਕਿਸੇ ਦੂਸਰੇ ਰੰਗ ਦੀਆਂ ਬੱਸਾਂ ਵਿੱਚ ਵਿਦਿਆਰਥੀਆਂ ਨੂੰ ਲਿਆਂਦਾ ਜਾਵੇ ਤਾਂ ਪੁਲਿਸ ਵਿਭਾਗ ਵੱਲੋਂ ਇਹਨਾਂ ਦੂਸਰੇ ਰੰਗ ਦੀਆਂ ਬੱਸਾਂ ਦਾ ਚਲਾਨ ਕੱਟਿਆ ਜਾਂਦਾ ਹੈ। ਡੰਡੀ। ਇਹ ਪੀਲੇ ਰੰਗ ਦੀਆਂ ਸਕੂਲ ਬੱਸਾਂ ਦਾ ਨਿਯਮ ਸੰਸਾਰ ਦੇ ਹਰ ਇੱਕ ਦੇਸ਼ ਵਿੱਚ ਲਾਗੂ ਹੁੰਦਾ ਹੈ। ਡੰਡੀ। ਆਓ ਅਸੀਂ ਸਾਰੇ ਰਲ ਮਿਲ ਕੇ ਇਸ ਨਿਯਮ ਦੀ ਪਾਲਣਾ ਕਰੀਏ ਅਤੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਈਏ। ਡੰਡੀ। ਆਪਣੇ ਜੀਵਨ 'ਚ ਹਰ ਕੋਈ ਖੁਸ਼ ਰਹਿਣਾ ਲੋਚਦਾ ਹੈ। ਡੰਡੀ। ਖੁਸ਼ ਰਹਿਣ ਲਈ ਵਿਅਕਤੀ ਅਨੇਕਾਂ ਸੋਚਾਂ ਸੋਚਦਾ ਹੈ ਅਤੇ ਕਰਮ ਕਰਦਾ ਹੈ। ਡੰਡੀ। ਧਨ ਮਾਲ ਅਤੇ ਵਸਤਾਂ ਦਾ ਸੰਗ੍ਰਹਿ ਕਰਨ ਦੀ ਪ੍ਰਵਿਰਤੀ ਨੂੰ ਵੀ ਉਹ ਖੁਸ਼ੀ ਦਾ ਸੋਮਾ ਸਮਝਣ ਦਾ ਭੁਲੇਖਾ ਪਾ ਲੈ ਬੈਠਦਾ ਹੈ। ਪਰ ਸੱਚਾਈ ਇਹ ਹੈ ਕਿ ਇਹਨਾਂ ਸਭ ਕੁਝ ਕਰਕੇ ਵੀ ਮਨੁੱਖ ਨੂੰ ਖੁਸ਼ੀ ਪ੍ਰਾਪਤ ਨਹੀਂ ਹੁੰਦੀ। ਡੰਡੀ। ਸਦੀਵੀ ਖੁਸ਼ੀ ਤਾਂ ਦੂਰ ਦੀ ਗੱਲ ਰਹੀ। ਡੰਡੀ। ਇਸ ਪਿੱਛੇ ਮੂਲ ਕਾਰਨ ਇਹ ਹੈ ਕਿ ਖੁਸ਼ੀ ਦੀ ਤਲਾਸ਼ ਹੀ ਸਾਨੂੰ ਸੱਚੀ ਅਤੇ ਸਦੀਵੀ ਖੁਸ਼ੀ ਤੋਂ ਦੂਰ ਲੈ ਜਾਂਦੀ ਹੈ। ਡੰਡੀ। ਸੱਚੀ ਅਤੇ ਸਦੀਵੀ ਖੁਸ਼ੀ ਦੇ ਰਹੱਸ ਬਾਰੇ ਤਾਂ ਸਾਡੇ ਮਹਾਂਪੁਰਖਾਂ ਦੀਆਂ ਸਿੱਖਿਆਵਾਂ ਨੂੰ ਸਮਝ ਕੇ, ਸਾਡੇ ਧਾਰਮਿਕ ਗ੍ਰੰਥਾਂ ਨੂੰ ਵਾਚ ਕੇ ਅਤੇ ਵਿਦਵਾਨਾਂ ਦੇ ਜੀਵਨ ਨੂੰ ਸਮਝਦਿਆਂ ਪਤਾ ਲੱਗਦਾ ਹੈ। ਤਾਂ ਫਿਰ ਇਹੋ ਤੱਥ ਸਾਹਮਣੇ ਆਉਂਦਾ ਹੈ ਕਿ ਸੱਚੀ ਸਦੀਵੀ ਅਤੇ ਹਿਰਦੇ ਵਿੱਚ ਉਪਜੀ ਵਸੀ ਖੁਸ਼ੀ ਤਾਂ ਹੀ ਪ੍ਰਾਪਤ ਹੋ ਸਕਦੀ ਹੈ ਜੇ ਅਸੀਂ ਦੂਜਿਆਂ ਨੂੰ ਖੁਸ਼ੀਆਂ ਦਈਏ, ਦੂਜਿਆਂ ਦਾ ਮਾਣ ਸਤਿਕਾਰ ਕਰੀਏ, ਸਭ ਨੂੰ ਇੱਜ਼ਤ ਦਈਏ, ਦੂਜਿਆਂ ਨੂੰ ਨਾਲ ਲੈ ਕੇ ਚੱਲੀਏ, ਦੂਜਿਆਂ ਦੀ ਭਾਵਨਾ ਨੂੰ ਸਮਝੀਏ ਅਤੇ ਉਸ ਦੀ ਕਦਰ ਕਰੀਏ, ਦੂਜਿਆਂ ਨੂੰ ਧਿਆਨਪੂਰਵਕ ਸੁਣੀਏ ਅਤੇ ਸਮਝੀਏ। ਕਿਉਂਕਿ ਕਿਸੇ ਨੂੰ ਧਿਆਨਪੂਰਵਕ ਨਾ ਸੁਣਨਾ ਉਸ ਦੀ ਸਭ ਤੋਂ ਵੱਡੀ ਤੋਹੀਨ ਹੁੰਦੀ ਹੈ। ਕਿਸੇ ਦੀ ਨਿਮਰਤਾ ਅੱਗੇ ਨਿਮਰਤਾ ਨਾਲ ਪੇਸ਼ ਆਈਏ। ਡੰਡੀ। ਕਿਸੇ ਦੀ ਨਿਮਰਤਾ ਨੂੰ ਕਦੇ ਵੀ ਉਸ ਦੀ ਕਮਜ਼ੋਰੀ ਨਾ ਸਮਝੀਏ। ਡੰਡੀ। ਪੈਰਾ। ਖੁਸ਼ ਰਹਿਣ ਦਾ ਸਿੱਧਾ ਅਤੇ ਸੱਚਾ ਢੰਗ ਦੂਜਿਆਂ ਨੂੰ ਖੁਸ਼ੀ ਵੰਡਣਾ ਹੈ। ਡੰਡੀ। ਦੂਜਿਆਂ ਨਾਲ ਖੁਸ਼ਬੂਆਂ ਵੰਡਣ ਦਾ ਨਾਂ ਹੀ ਖੁਸ਼ੀ ਹੈ। ਡੰਡੀ। ਕਿਸੇ ਨੂੰ ਧਿਆਨਪੂਰਵਕ ਸੁਣਨਾ, ਕਿਸੇ ਵੀ ਕਲਾ ਦੀ ਇੱਜ਼ਤ ਕਰਨਾ ਵੀ ਸੱਚੀ ਖੁਸ਼ੀ ਹੈ। ਡੰਡੀ। ਸੱਚੀ ਖੁਸ਼ੀ ਦੀ ਪ੍ਰਾਪਤੀ ਲਈ ਸਾਡੇ ਵਿੱਚ ਆਪਣੇ ਦੁਨਿਆਵੀ ਅਹੁਦੇ ਅਤੇ ਧਨ ਦੌਲਤ ਦਾ ਹੰਕਾਰ ਨਹੀਂ ਹੋਣਾ ਚਾਹੀਦਾ, ਸਗੋਂ ਇਹਨਾਂ ਤੁੱਛ ਗੱਲਾਂ ਅਤੇ ਸੌੜੀ ਸੋਚ ਤੋਂ ਉੱਪਰ ਉੱਠ ਕੇ ਕੇਵਲ ਅਤੇ ਕੇਵਲ ਇਨਸਾਨੀਅਤ ਅਤੇ ਸੱਚਾਈ ਦੀ ਗੱਲ ਕਰਨੀ ਚਾਹੀਦੀ
ਲੱਗਦੀ ਹੈ ਡੰਡੀ। ਸੋ ਆਓ ਦੂਜਿਆਂ ਨੂੰ ਖੁਸ਼ੀਆਂ ਦਈਏ, ਦੂਜਿਆਂ ਨੂੰ ਖੁਸ਼ੀ ਵੰਡੀਏ, ਦੂਜਿਆਂ ਨੂੰ ਸੁਣੀਏ, ਦੂਜਿਆਂ ਨੂੰ ਇੱਜ਼ਤ ਸਤਿਕਾਰ ਦਈਏ ਅਤੇ ਦੂਜਿਆਂ ਦੀ ਕਲਾ ਦਾ ਸਤਿਕਾਰ ਕਰੀਏ ਡੰਡੀ। ਇਹੋ ਸੱਚੀ ਖੁਸ਼ੀ ਹੈ, ਇਹੋ ਸੱਚੀ ਖੁਸ਼ੀ ਦਾ ਮਾਰਗ ਹੈ, ਇਹੋ ਸਦੀਵੀ ਖੁਸ਼ੀ ਹੈ, ਇਹੋ ਈਸ਼ਵਰ ਦੇ ਨਜ਼ਦੀਕ ਹੋਣ ਦਾ ਮਾਰਗ ਹੈ ਅਤੇ ਇਹੋ ਇਨਸਾਨੀਅਤ ਹੈ ਡੰਡੀ। ਦੁਨੀਆ ਦੇ ਪ੍ਰਸਿੱਧ ਵਿਦਵਾਨ ਰਾਬਰਟ ਜੀ ਇੰਗਰਸੋਲ ਅਨੁਸਾਰ ਖੁਸ਼ ਹੋਣ ਦਾ ਢੰਗ ਦੂਜਿਆਂ ਨੂੰ ਖੁਸ਼ ਕਰਨਾ ਹੈ ਡੰਡੀ। ਸਟਾਰਟ। ਇਹ ਕੌੜਾ ਸੱਚ ਹੈ ਕਿ ਸੰਸਾਰ ਦਾ ਹਰੇਕ ਜੀਵ ਖੁਸ਼ ਰਹਿਣਾ ਚਾਹੁੰਦਾ ਹੈ, ਪਰ ਉਸ ਦੇ ਹਾਲਾਤ, ਉਸ ਦਾ ਸੁਭਾਅ ਅਤੇ ਉਸ ਦੀ ਸੋਚ ਨੂੰ ਖੁਸ਼ ਰਹਿਣ ਨਹੀਂ ਦਿੰਦੇ ਡੈਂਡੀ। ਜੇ ਸੰਸਾਰ ਦਾ ਹਰ ਇਨਸਾਨ ਆਪ ਖੁਸ਼ ਰਹੋ ਅਤੇ ਦੂਜਿਆਂ ਵਿੱਚ ਖੁਸ਼ੀਆਂ ਵੰਡੋ ਦੇ ਸਿਧਾਂਤ 'ਤੇ ਅਮਲ ਕਰ ਲਵੇ ਤਾਂ ਸੰਸਾਰ ਦਾ ਮਨਾ ਮੋਹੀ ਦੁੱਖ ਦਰਦ ਅਤੇ ਪਰੇਸ਼ਾਨੀਆਂ ਘੜੀ ਪਲ ਵਿੱਚ ਕਾਫੂਰ ਹੋ ਸਕਦੀਆਂ ਹਨ ਡੈਂਡੀ। ਜਿਨ੍ਹਾਂ ਵਿਦਵਾਨਾਂ ਅਤੇ ਮਹਾਂਪੁਰਸ਼ਾਂ ਨੇ ਜ਼ਿੰਦਗੀ ਦੇ ਸੱਚ ਨੂੰ ਸਮਝਿਆ ਅਤੇ ਜਾਣਿਆ ਹੈ, ਉਹਨਾਂ ਨੇ ਦੁੱਖ ਅਤੇ ਸੁੱਖ ਨੂੰ ਇੱਕ ਬਰਾਬਰ ਜਾਣ ਕੇ ਅਡੋਲ ਭਾਵ ਨਾਲ ਦੋਵਾਂ ਨੂੰ ਹੰਢਾਉਣ ਦਾ ਉਪਦੇਸ਼ ਦਿੱਤਾ ਹੈ ਡੈਂਡੀ। ਇਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਜ਼ਿੰਦਗੀ 'ਚ ਚੰਗੇ ਜਾਂ ਸੁੱਖ ਭਰੇ ਦਿਨ ਨਹੀਂ ਰਹੇ ਤਾਂ ਮਾੜੇ ਅਤੇ ਦੁੱਖ ਭਰੇ ਦਿਨ ਵੀ ਸਦਾ ਨਹੀਂ ਰਹਿਣਗੇ ਡੈਂਡੀ। ਸੋ ਹਰ ਹਾਲਾਤ ਵਿੱਚ ਖੁਸ਼ ਰਹਿਣ ਵਾਲਾ ਅਤੇ ਹਰ ਦੁੱਖ ਸੁੱਖ ਨੂੰ ਪਰਮਾਤਮਾ ਦਾ ਤੋਹਫਾ ਜਾਣ ਕੇ ਖਿੜੇ ਮੱਥੇ ਕਬੂਲ ਕਰਨ ਵਾਲਾ ਸ਼ਖਸ ਹੀ ਇਸ ਦੁਨੀਆ ਵਿੱਚ ਸਫਲ ਜ਼ਿੰਦਗੀ ਜੀ ਕੇ ਜਾਂਦਾ ਹੈ। ਬਾਕੀ ਸਭ ਤਾਂ ਕੇਵਲ ਜੂਨ ਹੀ ਭੋਗਦੇ ਹਨ ਡੈਂਡੀ। ਸੰਯੁਕਤ ਰਾਸ਼ਟਰ ਸੰਘ ਭਾਵ UNO ਵੱਲੋਂ 20 ਮਾਰਚ ਦਾ ਦਿਨ ਆਲਮੀ ਖੁਸ਼ੀ ਦਿਹਾੜੇ ਵਜੋਂ ਮਨਾਉਣ ਦਾ ਫੈਸਲਾ 28 ਜੂਨ 2012 ਨੂੰ ਕੀਤਾ ਗਿਆ ਸੀ ਡੈਂਡੀ। ਹਰ ਸਾਲ ਇਸ ਦਿਨ ਨੂੰ ਦੁਨੀਆ ਭਰ 'ਚ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾਂਦਾ ਹੈ ਡੈਂਡੀ। UNO ਮੰਨਦਾ ਹੈ ਕਿ ਖੁਸ਼ੀ ਅਤੇ ਆਨੰਦ ਹਾਸਲ ਕਰਨਾ ਹਰੇਕ ਇਨਸਾਨ ਦਾ ਮੂਲ ਸਰੋਕਾਰ ਹੈ, ਜਿਸ ਵਾਸਤੇ ਮੂਲ ਲੋੜਾਂ ਦੀ ਪੂਰਤੀ ਦੇ ਨਾਲ ਨਾਲ ਗਰੀਬੀ, ਭੁੱਖਮਰੀ, ਬੇਰੁਜ਼ਗਾਰੀ, ਨਾ ਬਰਾਬਰੀ ਅਤੇ ਅੱਤਿਆਚਾਰ ਦਾ ਅੰਤ ਕੀਤਾ ਜਾਣਾ ਜ਼ਰੂਰੀ ਹੈ ਡੈਂਡੀ। ਵਿਦਵਾਨਾਂ ਦਾ ਮਤ ਹੈ ਕਿ ਮਾਨਸਿਕ ਪੱਧਰ 'ਤੇ ਖੁਸ਼ ਰਹਿਣ ਲਈ ਹਰੇਕ ਇਨਸਾਨ ਨੂੰ 3 ਨੁਕਤੇ ਜ਼ਰੂਰ ਅਪਣਾਉਣੇ ਚਾਹੀਦੇ ਹਨ ਡੈਂਡੀ। ਇਹ 3 ਨੁਕਤੇ ਹਨ: ਸ਼ਾਂਤ ਰਹੋ, ਸਿਆਣੇ ਬਣੋ ਅਤੇ ਦਇਆ ਵਿਖਾਓ ਡੈਂਡੀ। ਮਨ ਨੂੰ ਸ਼ਾਂਤ ਅਤੇ ਅਡੋਲ ਰੱਖਣ ਲਈ ਸਾਨੂੰ ਇਹ ਭਾਵਨਾ ਧਾਰਨ ਕਰ ਲੈਣੀ ਚਾਹੀਦੀ ਹੈ ਕਿ ਦੁਨੀਆ 'ਚ ਅਜਿਹਾ ਬਹੁਤ ਕੁਝ ਹੈ ਜੋ ਸਾਡੇ ਵੱਸ ਤੋਂ ਬਾਹਰ ਹੈ ਡੈਂਡੀ। ਸੋ ਬੇਕਾਰ ਵਿੱਚ ਚਿੰਤਾ, ਫਿਕਰ ਜਾਂ ਦੁੱਖ ਮਹਿਸੂਸ ਕਰਨ ਦੀ ਬਜਾਏ ਸ਼ਾਂਤ ਚਿੱਤ ਰਹਿ ਕੇ ਉਸਾਰੂ ਭਾਵਨਾ ਨਾਲ ਆਪਣਾ ਫਰਜ਼ ਅਦਾ ਕਰਦੇ ਰਹਿਣਾ ਚਾਹੀਦਾ ਹੈ ਡੈਂਡੀ। ਸਿਆਣੇ ਬਣਨ ਦਾ ਭਾਵ ਹੈ ਕਿ ਨਾ ਪੱਖੀ ਸੋਚ ਦੀ ਥਾਂ ਚੰਗੀ ਅਤੇ ਉਸਾਰੂ ਸੋਚ ਧਾਰਨ ਕਰਕੇ ਆਪਣੇ ਅਤੇ ਸਰਬੱਤ ਦੇ ਭਲੇ ਲਈ ਕਾਰਜਸ਼ੀਲ ਹੋ ਜਾਣਾ ਚਾਹੀਦਾ ਹੈ ਡੈਂਡੀ। ਆਲਮੀ ਖੁਸ਼ੀ ਦਿਹਾੜੇ ਮੌਕੇ ਅੱਜ ਹਰੇਕ ਮਨੁੱਖ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ
ਉਹ ਹਰ ਹਾਲਤ 'ਚ ਆਪ ਵੀ ਖੁਸ਼ ਰਹੇਗਾ ਤੇ ਦੂਜਿਆਂ ਦੀ ਖੁਸ਼ੀ ਲਈ ਵੀ ਕਾਰਜਸ਼ੀਲ ਤੇ ਸਮਰਪਿਤ ਰਹੇਗਾ। ਡੈਂਡੀ ਇਹ ਸੋਚ ਹੀ ਸੰਸਾਰ ਨੂੰ ਵਸਣ ਤੇ ਰਸਣ ਯੋਗ ਸਥਾਨ ਬਣਾ ਸਕਦੀ ਹੈ, ਵਰਨਾ ਅਜੋਕੇ ਇਨਸਾਨ ਨੇ ਝੂਠੀ ਖੁਸ਼ੀ ਤੇ ਨਾਸ਼ਵਾਨ ਸੁੱਖ ਹਾਸਲ ਕਰਨ ਦੇ ਲਾਲਚ ਵਸ ਇਸ ਸੰਸਾਰ ਨੂੰ ਨਰਕ ਤੋਂ ਵੀ ਬਦਤਰ ਸਥਾਨ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ। ਡੈਂਡੀ ਮਦਦ ਕਰਕੇ ਮਿਲਦੀ ਹੈ ਸੱਚੀ ਖੁਸ਼ੀ। ਸੱਚੀ ਖੁਸ਼ੀ ਹਾਸਲ ਕਰਨ ਲਈ ਸਮਰੱਥਾ ਅਨੁਸਾਰ ਲੋੜਵੰਦਾਂ ਦੀ ਮਦਦ ਕਰੋ ਅਤੇ ਉਹਨਾਂ ਦੇ ਭਲੇ ਲਈ ਜੋ ਵੀ ਸੰਭਵ ਹੋਵੇ ਕਰ ਗੁਜ਼ਰੋ। ਡੈਂਡੀ ਮਨੋਵਿਗਿਆਨੀਆਂ ਦਾ ਵਿਚਾਰ ਹੈ ਕਿ ਖੁਸ਼ੀ ਪਦਾਰਥਾਂ 'ਚ ਨਹੀਂ ਵਸਦੀ, ਸਗੋਂ ਇਹ ਮਨੋ ਅਵਸਥਾ ਭਾਵ ਮਨ ਦੀ ਸਥਿਤੀ ਹੈ। ਡੈਂਡੀ ਲੋਕ ਅਕਸਰ ਪੈਸਾ, ਪਦਾਰਥ, ਪਰਿਵਾਰ, ਪੁੱਤਰ ਜਾਂ ਦੁਨਿਆਵੀ ਸੁੱਖਾਂ 'ਚੋਂ ਖੁਸ਼ੀ ਹਾਸਲ ਕਰਨ ਦੀ ਚਾਹਤ ਵਿੱਚ ਸਾਰੀ ਉਮਰ ਭੱਜ ਨੱਸ ਕਰਦੇ ਰਹਿੰਦੇ ਹਨ ਤੇ ਜੀਵਨ ਦੇ ਅੰਤ ਵਿੱਚ ਇਸ ਦੇ ਸਿੱਟੇ 'ਤੇ ਪੁੱਜਦੇ ਹਨ ਕਿ ਇਹਨਾਂ 'ਚੋਂ ਬਹੁਤੇ ਤਾਂ ਸੁੱਖਾਂ ਦੀ ਥਾਂ ਉਹਨਾਂ ਦੇ ਜੀਵਨ ਦੇ ਵੱਡੇ ਦੁੱਖਾਂ ਦਾ ਕਾਰਨ ਹੋ ਨਿਬੜੇ ਸਨ। ਡੈਂਡੀ ਆਰਥਿਕ, ਸਮਾਜਿਕ, ਰਾਜਨੀਤਿਕ ਜਾਂ ਸੰਸਾਰਕ ਪੱਧਰ 'ਤੇ ਸੰਪੰਨ ਹੋ ਜਾਣ ਦਾ ਇਹ ਮਤਲਬ ਹਰਗਿਜ਼ ਵੀ ਨਹੀਂ ਹੈ ਕਿ ਸੰਬੰਧਿਤ ਸ਼ਖਸ ਬੇਹੱਦ ਖੁਸ਼ ਹੋਵੇਗਾ। ਡੈਂਡੀ ਸਟਾਰਟ ਕਾਨਿਆਂ ਦੀ ਛਾਨ ਬਣਾ ਕੇ ਤੇ ਹੱਥ 'ਤੇ ਰੱਖ ਕੇ ਰੋਟੀ ਖਾਣ ਵਾਲਾ ਗਰੀਬ ਵਿਅਕਤੀ ਸ਼ਾਇਦ ਮਹਿਲਾਂ 'ਚ ਬੈਠ ਕੇ ਸੋਨੇ ਚਾਂਦੀ ਦੇ ਬਰਤਨਾਂ ਵਿੱਚ 36 ਪ੍ਰਕਾਰ ਦੇ ਭੋਜਨ ਖਾਣ ਵਾਲੇ ਧਨਾੜ ਨਾਲੋਂ ਵੱਧ ਸ਼ਾਂਤ, ਸੰਤੁਸ਼ਟ, ਮਾਨਸਿਕ ਤੌਰ 'ਤੇ ਹੌਲਾ ਫੁੱਲ ਖੁਸ਼ ਹੋਵੇ ਅਤੇ ਚੈਨ ਦੀ ਨੀਂਦ ਸੌਂਦਾ ਹੋਵੇ। ਡੈਂਡੀ ਯਾਦ ਰੱਖੋ ਕਿ ਸੁੱਖ ਜਾਂ ਖੁਸ਼ੀ ਪਦਾਰਥ ਅੰਦਰ ਨਹੀਂ, ਸਗੋਂ ਵਿਅਕਤੀ ਦੀ ਮਨੋਦਸ਼ਾ ਅੰਦਰ ਸਮਾਏ ਹੋਏ ਹਨ। ਡੈਂਡੀ ਬੜੀ ਹੀ ਵਚਿੱਤਰ ਗੱਲ ਹੈ ਕਿ ਲੋਕ ਖਾਲੀ ਹੱਥੀਂ ਗਿਆ ਸਿਕੰਦਰ ਜਿਹੇ ਗੀਤ ਤਾਂ ਗਾਉਂਦੇ ਹਨ, ਪਰ ਆਪ ਸਾਰੀ ਉਮਰ ਪੈਸਾ ਤੇ ਪਦਾਰਥ ਇਕੱਠੇ ਕਰਨ ਲਈ ਸਾਮ, ਦਾਮ, ਦੰਡ, ਭੇਦ ਭਾਵ ਹਰ ਹਰਬਾ ਵਰਤਦੇ ਹਨ। ਡੈਂਡੀ ਪਾਪ ਤੇ ਅਪਰਾਧ ਦੀ ਬੁਨਿਆਦ 'ਤੇ ਟਿਕੀ ਜ਼ਿੰਦਗੀ ਵਿੱਚ ਸੁੱਖ ਤੇ ਖੁਸ਼ੀ ਦੀ ਕੋਈ ਥਾਂ ਨਹੀਂ ਹੁੰਦੀ। ਡੈਂਡੀ ਸਟਾਰਟ ਮਨੁੱਖ ਮੁੱਢ ਕਦੀਮੋਂ ਹੀ ਰਸਮਾਂ ਰਿਵਾਜ਼ਾਂ ਦੀ ਡੋਰ 'ਚ ਬੱਝਿਆ ਹੋਇਆ ਹੈ। ਡੈਂਡੀ ਜਨਮ ਤੋਂ ਲੈ ਕੇ ਮਰਨ ਤੱਕ ਇਹ ਰੀਤੀ ਰਿਵਾਜ ਮਨੁੱਖ ਦੀ ਜ਼ਿੰਦਗੀ ਨੂੰ ਆਪਣੇ ਆਪ 'ਚ ਉਲਝਾਈ ਰੱਖਦੇ ਹਨ। ਡੈਂਡੀ ਬਦਲਦੇ ਸਮੇਂ ਨਾਲ ਇਹਨਾਂ ਰਿਵਾਜ਼ਾਂ ਵਿੱਚ ਤਬਦੀਲੀ ਆਉਣੀ ਵੀ ਸੁਭਾਵਿਕ ਹੈ, ਜਿਨ੍ਹਾਂ 'ਚੋਂ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਅਤੇ ਖੁਸ਼ੀ ਦੇ ਹੋਰ ਮੌਕਿਆਂ 'ਤੇ ਕੇਕ ਕੱਟਣ ਦੇ ਰਿਵਾਜ ਨੇ ਪਿਛਲੇ ਕੁਝ ਸਾਲਾਂ ਤੋਂ ਸਾਡੇ ਸਮਾਜ ਨੂੰ ਆਪਣੇ ਕਲਾਵੇ 'ਚ ਲੈ ਲਿਆ ਹੈ। ਡੈਂਡੀ ਸ਼ੁਰੂਆਤ 'ਚ ਕੇਕ ਕੱਟਣ ਦਾ ਸਿਲਸਿਲਾ ਉੱਚ ਘਰਾਣੇ ਦੇ ਲੋਕਾਂ ਨੇ ਆਰੰਭ ਕੀਤਾ। ਦੇਖਦੇ ਹੀ ਦੇਖਦੇ ਮੱਧ ਵਰਗੀ ਅਤੇ ਹੁਣ ਲਗਭਗ ਸਾਰੇ ਹੀ ਵਰਗਾਂ 'ਚ ਕੇਕ ਕੱਟਣ ਦਾ ਰੁਝਾਨ ਜ਼ੋਰਾਂ 'ਤੇ ਸ਼ੁਰੂ ਹੋ ਚੁੱਕਾ ਹੈ, ਪਰ ਖੁਸ਼ੀ ਮਨਾਉਣ ਅਤੇ ਵੰਡਾਉਣ ਦੇ ਨਾਂ 'ਤੇ ਹੁਣ ਕੇਕ ਕੱਟ ਕੇ ਉਸ ਨੂੰ ਖਾਣ ਦੇ ਨਾਲ ਨਾਲ ਇੱਕ ਦੂਜੇ ਦੇ ਮੂੰਹ ਸਿਰ ਲਬੇੜਨ ਦੀ ਹਾਸੋਹੀਣੀ ਤੇ ਬੇਤੁਕੀ ਭੇਡ ਚਾਲ ਨੇ ਸਾਡੀ ਸਮਝ 'ਤੇ ਸਵਾਲੀਆ ਚਿੰਨ੍ਹ ਜ਼ਰੂਰ ਲਾ ਕੇ ਰੱਖ ਦਿੱਤਾ ਹੈ। ਡੈਂਡੀ
ਮਹਿੰਗੇ ਭਾਅ 'ਚ ਆਪਣੀ ਪਸੰਦ ਦੇ ਜ਼ਾਇਕੇ ਅਨੁਸਾਰ ਖਰੀਦਿਆ ਗਿਆ। ਇਹ ਕੇਕ ਢਿੱਡ ਵਿੱਚ ਜਾਣ ਦੀ ਥਾਂ ਇੱਕ ਦੂਜੇ ਦੇ ਮੂੰਹ ਸਿਰ ਅਤੇ ਕੱਪੜੇ ਲੀੜਿਆਂ ਨੂੰ ਲਬੇੜਨ ਲਈ ਵਰਤਿਆ ਜਾਣ ਲੱਗਾ ਹੈ। ਡੈਂਡੀ ਸੋਸ਼ਲ ਮੀਡੀਆ 'ਤੇ ਕੇਕ ਕੱਟਣ ਮੌਕੇ ਕੀਤੀਆਂ ਜਾਂਦੀਆਂ ਇਹੋ ਜਿਹੀਆਂ ਹਰਕਤਾਂ ਨੂੰ ਵੇਖਣ ਨੂੰ ਮਿਲਦਾ ਹੈ ਕਿ ਪੂਰੇ ਦਾ ਪੂਰਾ ਕੇਕ ਚੁੱਕ ਕੇ ਸਾਹਮਣੇ ਵਾਲੇ ਦੇ ਮੂੰਹ 'ਤੇ ਚੇਪ ਦਿੱਤਾ ਜਾਂਦਾ ਹੈ। ਫਿਰ ਪਸ਼ੂਆਂ ਵਾਂਗ ਇੱਕ ਦੂਜੇ ਨੂੰ ਕੇਕ ਨਾਲ ਲਬੇੜਨ ਦੀ ਧੱਕੇਸ਼ਾਹੀ ਸ਼ੁਰੂ ਹੋ ਜਾਂਦੀ ਹੈ। ਡੈਂਡੀ ਜਿਸ ਤਰ੍ਹਾਂ ਕੇਕ ਨਾਲ ਮੂੰਹ ਅਤੇ ਸਿਰ ਨੂੰ ਲੱਤ-ਪੱਥ ਕਰ ਦਿੱਤਾ ਜਾਂਦਾ ਹੈ, ਉਸ ਨੂੰ ਸਾਫ਼ ਕਰਨ ਲਈ ਕੋਈ ਨੈਪਕਿਨ ਜਾਂ ਤੌਲੀਆ ਵੀ ਕੰਮ ਨਹੀਂ ਕਰ ਸਕਦਾ। ਡੈਂਡੀ ਹੁਣ ਤਾਂ ਆਪਣਾ ਬੇਹੂਦਾ ਭੁੱਸ ਪੂਰਾ ਕਰਨ ਲਈ ਲੋਕ ਦੋ ਕੇਕ ਖਰੀਦਣ ਲੱਗੇ ਹਨ, ਇੱਕ ਖਾਣ ਲਈ ਅਤੇ ਇੱਕ ਖਰਾਬ ਕਰਨ ਲਈ। ਡੈਂਡੀ ਇਸ ਰੁਝਾਨ ਤੋਂ ਸਿਰਫ ਸਾਡੀ ਪਸ਼ੂਨੁਮਾ ਬਿਰਤੀ ਦਾ ਹੀ ਪ੍ਰਗਟਾਵਾ ਹੁੰਦਾ ਹੈ, ਨਾ ਕਿ ਸਮਝਦਾਰੀ ਦਾ। ਡੈਂਡੀ ਕਿੰਨਾ ਚੰਗਾ ਲੱਗਦਾ ਹੈ ਜਦੋਂ ਸਲੀਕੇ ਨਾਲ ਕੱਟਿਆ ਗਿਆ ਕੇਕ ਇੱਕ ਦੂਜੇ ਦੇ ਮੂੰਹ 'ਚ ਬੜੇ ਹੀ ਅਦਬ ਨਾਲ ਪਾਇਆ ਜਾਂਦਾ ਹੈ ਅਤੇ ਮੁਬਾਰਕਾਂ, ਵਧਾਈਆਂ ਤੇ ਅਸੀਸਾਂ ਦਾ ਦੌਰ ਚੱਲਦਾ ਹੈ। ਪਰ ਇਸ ਦੇ ਉਲਟ ਧੱਕੇਸ਼ਾਹੀ ਤੇ ਹੁੱਲੜਬਾਜ਼ੀ 'ਚ ਕੇਕ ਕੱਟਣ ਦੀ ਰਸਮ ਸਿਰਫ ਦੁਰਗਤੀ ਹੁੰਦੀ ਹੈ। ਡੈਂਡੀ ਜੇ ਕੇਕ ਕੱਟਣ ਦੇ ਇਤਿਹਾਸ 'ਤੇ ਝਾਤੀ ਮਾਰੀ ਜਾਵੇ ਤਾਂ ਮੱਧ ਯੁੱਗ 'ਚ ਕੇਕ ਕੱਟ ਕੇ ਜਨਮ ਦਿਨ ਮਨਾਉਣ ਦੀ ਰਸਮ ਜਰਮਨੀ ਵਿੱਚ ਸ਼ੁਰੂ ਕੀਤੀ ਗਈ ਸੀ। ਡੈਂਡੀ ਉੱਥੇ ਬੱਚੇ ਦੇ ਜਨਮ ਦਿਨ 'ਤੇ ਕੇਕ ਕੱਟਣ ਦੇ ਜਸ਼ਨ ਨੂੰ ਕਿੰਡਰ ਫੈਸਟ ਕਹਿੰਦੇ ਸਨ। ਡੈਂਡੀ ਉਦੋਂ ਕੇਕ ਦਾ ਰੂਪ ਮੋਟੀ ਰੋਟੀ ਵਾਂਗ ਹੁੰਦਾ ਸੀ ਤੇ ਸਮਾਂ ਬਦਲਣ ਦੇ ਨਾਲ ਨਾਲ ਇਸ ਦਾ ਰੂਪ ਤੇ ਸਵਾਦ ਵੀ ਬਦਲਦਾ ਗਿਆ। ਡੈਂਡੀ ਇਸ ਦੀ ਵਰਤੋਂ ਦੇ ਢੰਗ ਤਰੀਕੇ ਵੀ ਬਦਲਦੇ ਗਏ। ਡੈਂਡੀ ਹੁਣ ਕੇਕ ਖਾਣ ਦੀ ਥਾਂ ਇੱਕ ਦੂਜੇ ਨੂੰ ਮਸਤੀ ਭਰੇ ਲਹਿਜ਼ੇ 'ਚ ਲਬੇੜਨ ਵਾਲੀ ਵਸਤੂ ਬਣਦਾ ਜਾ ਰਿਹਾ ਹੈ। ਡੈਂਡੀ ਇੱਥੇ ਸਿਆਣਪ ਦੀ ਗੱਲ ਇਹ ਹੋਣੀ ਚਾਹੀਦੀ ਹੈ ਕਿ ਕੇਕ ਬਰਬਾਦ ਕਰਨ ਦੀ ਥਾਂ ਉਹਨਾਂ ਲੋਕਾਂ ਦੇ ਮੂੰਹ ਤੱਕ ਪਹੁੰਚਾਉਣਾ ਚਾਹੀਦਾ ਹੈ ਜਿਨ੍ਹਾਂ ਲੋਕਾਂ ਲਈ ਇਹ ਕੇਕ ਚਾਹੁੰਦੇ ਹੋਏ ਵੀ ਪਹੁੰਚ ਤੋਂ ਦੂਰ ਹੈ। ਡੈਂਡੀ ਸੋ ਜਨਮ ਦਿਨ 'ਤੇ ਕੇਕ ਕੱਟਣਾ ਕੋਈ ਮਾੜੀ ਗੱਲ ਨਹੀਂ। ਡੈਂਡੀ ਬੱਚੇ ਜਾਂ ਕਿਸੇ ਵੀ ਪਰਿਵਾਰਕ ਜੀਅ ਦਾ ਜਨਮ ਦਿਨ ਮਨਾਉਣ ਮੌਕੇ ਕੇਕ ਜ਼ਰੂਰ ਕੱਟਿਆ ਜਾਵੇ, ਪਰ ਮੂੰਹ ਨਾ ਲਬੇੜਿਆ ਜਾਵੇ। ਡੈਂਡੀ ਸਟਾਰਟ। ਬਹਾਦਰ ਸਿੰਘ ਗੋਸਲ ਨੇ 2 ਨਵੀਆਂ ਪੁਸਤਕਾਂ ਦੀ ਸਿਰਜਣਾ ਕੀਤੀ ਹੈ। ਡੈਂਡੀ ਪਹਿਲੀ ਪੁਸਤਕ ਦਾ ਨਾਂ ਘੁੱਗੀ ਦੀਆਂ ਝਾਂਜਰਾਂ ਹੈ, ਜਿਸ ਵਿੱਚ ਕੁੱਲ 8 ਬਾਲ ਕਹਾਣੀਆਂ ਅੰਕਿਤ ਹਨ। ਡੈਂਡੀ ਇਹ ਬਾਲ ਕਹਾਣੀਆਂ ਕਦੇ ਬੱਚਿਆਂ ਨੂੰ ਜੰਗਲੀ ਜੀਵ ਜੰਤੂਆਂ ਦੇ ਬਿਰਤਾਂਤ ਸੁਣਾਉਂਦੀਆਂ ਹਨ ਅਤੇ ਕਦੇ ਮਨੁੱਖ ਦੀ ਹਿੰਮਤ ਅਤੇ ਫਰਜ਼ਸ਼ਨਾਸੀ ਬਿਆਨ ਕਰਦੀਆਂ ਹਨ। ਡੈਂਡੀ ਪਹਿਲੀ ਕਹਾਣੀ ਸੁਨਹਿਰੀ ਮਛਲੀ, ਸੱਪ ਅਤੇ ਸਾਧੂ ਇਸ ਮੰਤਵ ਦਾ ਸੰਚਾਰ ਕਰਦੀ ਹੈ ਕਿ ਵਿਗਿਆਨਕ ਨਜ਼ਰੀਆ ਰੱਖਣ ਨਾਲ ਕਿਸੇ ਦੀ ਜਾਨ ਵੀ ਬਚਾਈ ਜਾ ਸਕਦੀ ਹੈ। ਡੈਂਡੀ ਹਾਥੀ ਅਤੇ ਖਰਗੋਸ਼ ਦੀ ਦੋਸਤੀ ਕਹਾਣੀ ਦਾ ਕਥਾਨਕ ਏਕਤਾ ਦੀ ਸ਼ਕਤੀ ਨੂੰ ਨਿਰੂਪਤ ਕਰਦਾ ਹੈ, ਜਦੋਂ ਕਿ ਘੁੱਗੀ ਦੀਆਂ ਝਾਂਜਰਾਂ
ਕਹਾਣੀ ਵਿੱਚ ਇੱਕ ਜੱਜ ਘੁੱਗੀ ਅਤੇ ਕਿਸਾਨ ਦੇ ਝਗੜੇ ਦਾ ਨਿਪਟਾਰਾ ਕਰਦਾ ਹੈ। ਡੰਡੀ ਘੁੱਗੀ ਦੇ ਹੱਕ ਵਿੱਚ ਫੈਸਲਾ ਸੁਣਾਉਂਦਾ ਹੋਇਆ ਜੱਜ ਇਹ ਸੁਨੇਹਾ ਦਿੰਦਾ ਹੈ ਕਿ ਜੀਵ ਜੰਤੂ ਪ੍ਰਕਿਰਤੀ ਦਾ ਸ਼ਿੰਗਾਰ ਹਨ। ਡੰਡੀ ਇਹਨਾਂ ਨੂੰ ਤੰਗ ਕਰਨਾ ਪ੍ਰਕਿਰਤੀ ਨੂੰ ਨਾਰਾਜ਼ ਕਰਨ ਵਾਲੀ ਗੱਲ ਹੈ। ਡੰਡੀ ਇਸੇ ਤਰ੍ਹਾਂ ਸੱਪ ਅਤੇ ਤਿਤਲੀਆਂ, ਬੁਲਬੁਲ ਦਾ ਗੀਤ ਅਤੇ ਰਾਜਾ ਹਾਥੀ ਅਤੇ ਭਲਾਈ ਦਾ ਫਲ, ਦਾਦੀ ਦੀ ਜ਼ੁਬਾਨੀ ਅਜਬ ਕਹਾਣੀ ਅਤੇ ਬੱਚਿਆਂ ਦੀ ਹਿੰਮਤ ਅਤੇ ਸੁਚੱਜੀ ਸੋਚ ਕਹਾਣੀਆਂ ਵੀ ਆਪੋ ਆਪਣੇ ਆਸ਼ਿਆਂ ਵਿੱਚ ਸਫਲ ਹਨ। ਡੰਡੀ ਇਹ ਕਹਾਣੀਆਂ ਪੰਜਾਬੀ ਲੋਕ ਕਹਾਣੀ ਦੀ ਪਰੰਪਰਾ ਵਾਂਗ ਦਿਲਚਸਪ ਹਨ। ਡੰਡੀ ਦੂਜੀ ਪੁਸਤਕ ਟਾਂਗੇ ਦੀ ਸਵਾਰੀ ਬਾਲ ਕਵਿਤਾਵਾਂ ਦਾ ਸੰਬੰਧਿਤ ਹੈ। ਡੰਡੀ ਕਵੀ ਇਸ ਪੁਸਤਕ ਵਿੱਚ ਕੁਝ ਨਵੇਂ ਵਿਸ਼ਿਆਂ ਨੂੰ ਕਵਿਤਾਵਾਂ ਰਾਹੀਂ ਕਲਮਬੱਧ ਕਰਦਾ ਹੈ, ਜਿਵੇਂ ਬਰਗਰ, ਪੀਜ਼ੇ ਦਾ ਪਿਆਰ, ਫੋਟੋ ਵਾਲਾ ਕੱਪ, ਮੇਰਾ ਨਾਂ ਚੰਦਰਯਾਨ ਅਤੇ ਕ੍ਰੈਡਿਟ ਕੁੜੀ ਆਦਿ। ਡੰਡੀ ਕੁਝ ਕਵਿਤਾਵਾਂ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਦੀਆਂ ਲੋਪ ਹੋ ਰਹੀਆਂ ਵਸਤਾਂ ਜਾਂ ਰਸਮਾਂ ਰਿਵਾਜਾਂ ਬਾਰੇ ਵੀ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਡੰਡੀ ਇਹ ਹਵਾਲੇ ਨਾਲ ਟਾਂਗੇ ਦੀ ਸਵਾਰੀ, ਪੁਰਾਣੀ ਹੱਥ ਚੱਕੀ ਯਾਦ, ਸੱਭਿਆਚਾਰ ਦੀ ਅਤੇ ਦਾਦੀ ਦੀ ਨਵੀਂ ਰਜਾਈ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਡੰਡੀ ਕਵੀ ਆਪਣੀਆਂ ਕੁਝ ਕਵਿਤਾਵਾਂ ਵਿੱਚ ਕੁਦਰਤੀ ਧਰੋਹਰ ਪ੍ਰਤੀ ਮਨੁੱਖ ਦੀ ਲਾਪਰਵਾਹੀ ਨੂੰ ਵੀ ਕੋਸਦਾ ਹੈ। ਡੰਡੀ ਇਉਂ ਇਹ ਕਵਿਤਾਵਾਂ ਵੰਨ-ਸਵੰਨੇ ਵਿਸ਼ਿਆਂ ਰੂਪੀ ਫੁੱਲਾਂ ਦਾ ਇੱਕ ਸੁੰਦਰ ਗੁਲਦਸਤਾ ਹਨ। ਡੰਡੀ ਚਿੱਤਰਾਂ ਨਾਲ ਅਲੰਕਿਤ ਦੋਵਾਂ ਪੁਸਤਕਾਂ ਦੀ ਕੀਮਤ 70 ਰੁਪਏ ਅਤੇ ਕੁੱਲ ਪੰਨੇ 32 ਹਨ। ਡੰਡੀ ਦੋਵੇਂ ਪੁਸਤਕਾਂ ਤਰਲੋਚਨ ਚੰਡੀਗੜ੍ਹ ਵੱਲੋਂ ਛਾਪੀਆਂ ਗਈਆਂ ਹਨ। ਡੰਡੀ ਸਟਾਰਟ। ਬੰਗਾਲ ਵਿੱਚ ਵਿਧਾਨ ਸਭਾ ਚੋਣ ਦੀ ਸਰਗਰਮੀ ਵਿਚਕਾਰ ਭਾਜਪਾ ਵੱਲੋਂ 5 ਪੜਾਵਾਂ ਲਈ 157 ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਦੇ ਇੱਕ ਦਿਨ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਨੇ 4 ਸੀਟਾਂ 'ਤੇ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰਾਂ ਨੂੰ ਬਦਲ ਦਿੱਤਾ ਹੈ। ਡੰਡੀ ਪਾਰਟੀ ਨੇ ਇਹ ਫੈਸਲਾ ਰਾਜ ਵਿੱਚ 27 ਮਾਰਚ ਨੂੰ ਹੋਣ ਵਾਲੇ ਪਹਿਲੇ ਪੜਾਅ ਦੇ ਮਤਦਾਨ ਤੋਂ ਪਹਿਲੇ ਕੀਤਾ ਹੈ। ਡੰਡੀ ਤ੍ਰਿਣਮੂਲ ਕਾਂਗਰਸ ਨੇ ਉੱਤਰੀ 24 ਪਰਗਣਾ ਜ਼ਿਲ੍ਹੇ ਦੇ 2 ਅਤੇ ਨਦੀਆ ਤੇ ਵੀਰਭੂਮ ਜ਼ਿਲ੍ਹੇ ਦੇ ਇੱਕ ਉਮੀਦਵਾਰ ਨੂੰ ਬਦਲਿਆ ਹੈ। ਡੰਡੀ ਤ੍ਰਿਣਮੂਲ ਵੱਲੋਂ ਜਾਰੀ ਬਿਆਨ ਅਨੁਸਾਰ ਨਦੀਆ ਜ਼ਿਲ੍ਹੇ ਦੇ ਕਲਿਆਣੀ ਵਿੱਚ ਰਮਿੰਦਰ ਨਾਥ ਵਿਸ਼ਵਾਸ ਦੀ ਥਾਂ ਵਿਸ਼ਵਾਸ, ਉੱਤਰੀ 24 ਪਰਗਣਾ ਦੇ ਅਸ਼ੋਕ ਨਗਰ 'ਚ ਧੀਮਨ ਰਾਓ ਦੀ ਥਾਂ ਨਰਾਇਣ ਗੋਸਵਾਮੀ ਅਤੇ ਮੁਰਤਜ਼ਾ ਦੀ ਥਾਂ ਰਫੀਕੁਰ ਰਹਿਮਾਨ ਤੇ ਵੀਰਭੂਮ ਜ਼ਿਲ੍ਹੇ ਦੇ ਅਸੀਮਾ ਦੀ ਥਾਂ ਦੇਵਵਰਤ ਸਾਹਾ ਨੂੰ ਟਿਕਟ ਦਿੱਤਾ ਹੈ। ਡੰਡੀ ਦੱਸਿਆ ਜਾ ਰਿਹਾ ਹੈ ਕਿ ਭਾਜਪਾ ਦੇ ਉਮੀਦਵਾਰਾਂ ਨੂੰ ਦੇਖਦੇ ਹੋਏ ਇਹ ਤਬਦੀਲੀਆਂ ਕੀਤੀਆਂ ਗਈਆਂ ਹਨ। ਡੰਡੀ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਅਸਾਮ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜੇਕਰ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਸੂਬੇ 'ਚ ਸੱਤਾ 'ਚ ਆਉਂਦੀ ਹੈ ਤਾਂ ਨਾਗਰਿਕਤਾ ਸੋਧ ਐਕਟ ਯਾਨੀ CAA ਨੂੰ ਲਾਗੂ ਨਹੀਂ ਕੀਤਾ ਜਾਵੇਗਾ। ਡੰਡੀ ਰਾਹੁਲ ਗਾਂਧੀ ਡਿਬਰੂਗੜ੍ਹ
ਜ਼ਿਲ੍ਹੇ ਵਿੱਚ ਕਾਲਜ 'ਚ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਡੈਂਡੀ ਉਹਨਾਂ ਕਿਹਾ, ਕਾਂਗਰਸ ਦੇ ਸੱਤਾ ਵਿੱਚ ਆਉਣ 'ਤੇ ਸੂਬਾ ਵਿਧਾਨ ਸਭਾ ਜ਼ਰੀਏ ਅਜਿਹੀ ਵਿਵਸਥਾ ਕੀਤੀ ਜਾਵੇਗੀ ਕਿ ਆਸਾਮ ਵਿੱਚ CAA ਲਾਗੂ ਨਾ ਹੋਵੇ। ਡੈਂਡੀ ਕਾਂਗਰਸੀ ਨੇਤਾ ਨੇ ਕਿਹਾ, ਰਾਸ਼ਟਰੀ ਪੱਧਰ 'ਤੇ ਸੱਤਾ ਵਿੱਚ ਆਉਣ 'ਤੇ ਅਸੀਂ ਕਾਂਗਰਸ ਦੂਜੇ ਸੂਬਿਆਂ ਵਿੱਚ ਵੀ ਇਸ ਨੂੰ CAA ਨੂੰ ਲਾਗੂ ਕਰਨ ਰੋਕ ਦਿਆਂਗੇ। ਡੈਂਡੀ ਇਹ ਪੁੱਛੇ ਜਾਣ 'ਤੇ ਕਿ ਕੀ ਭਾਜਪਾ ਧਰਮ ਅਤੇ ਰਾਜਨੀਤੀ ਨੂੰ ਆਪਸ ਵਿੱਚ ਮਿਲਾ ਰਹੀ ਹੈ, ਰਾਹੁਲ ਨੇ ਕਿਹਾ ਕਿ ਭਗਵਾ ਪਾਰਟੀ ਸਮਾਜ ਦੇ ਵੱਖ-ਵੱਖ ਭਾਈਚਾਰਿਆਂ ਵਿਚਾਲੇ ਵੰਡ ਪਾਉਣ ਲਈ ਧਰਮ ਦਾ ਨਹੀਂ ਬਲਕਿ ਨਫ਼ਰਤ ਦਾ ਇਸਤੇਮਾਲ ਕਰਦੀ ਹੈ। ਡੈਂਡੀ ਰਾਸ਼ਟਰੀ ਸਵੈ ਸੇਵਕ ਸੰਘ ਦਾ ਜ਼ਿਕਰ ਕਰਦੇ ਹੋਏ ਉਹਨਾਂ ਕਿਹਾ ਕਿ ਨਾਗਪੁਰ ਵਿੱਚ ਇੱਕ ਤਾਕਤ ਹੈ ਜਿਹੜਾ ਪੂਰੇ ਦੇਸ਼ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਅੱਜ ਦੇ ਨੌਜਵਾਨਾਂ ਨੂੰ ਪਿਆਰ ਅਤੇ ਆਤਮ ਵਿਸ਼ਵਾਸ ਨਾਲ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ ਕਿਉਂਕਿ ਉਹੀ ਲੋਕਤੰਤਰ ਦਾ ਭਵਿੱਖ ਹਨ। ਡੈਂਡੀ ਰਾਹੁਲ ਨੇ ਕਰੋਨਾ ਦੇ ਪਸਾਰ ਨੂੰ ਰੋਕਣ ਲਈ ਲਗਾਏ ਗਏ ਲੋਕਡਾਊਨ ਨੂੰ ਲੈ ਕੇ ਸਰਕਾਰ 'ਤੇ ਮੁੜ ਹਮਲਾ ਕੀਤਾ। ਡੈਂਡੀ ਉਹਨਾਂ ਟਵੀਟ ਕਰਕੇ ਕਿਹਾ, ਬਿਨਾਂ ਤਰਤੀਬ ਲਾਕਡਾਊਨ ਦੀ ਤਰਾਸਦੀ ਦੇਸ਼ ਨੂੰ ਪਰੇਸ਼ਾਨ ਕਰਨਾ ਜਾਰੀ ਰੱਖੇ ਹੋਏ ਹੈ। ਡੈਂਡੀ ਉਹਨਾਂ ਬਿਨਾਂ ਸੋਚ ਸਮਝ ਕੇ ਲਏ ਗਏ ਫੈਸਲੇ ਨਾਲ ਲੱਖਾਂ ਪਰਿਵਾਰਾਂ ਨੂੰ ਪਰੇਸ਼ਾਨੀ ਉਠਾਉਣੀ ਪਈ ਹੈ। ਡੈਂਡੀ